ਤੁਸੀਂ ਜਿੰਨੀਆਂ ਪਾਲਿਸੀਜ਼ ਹੁਣ ਤੱਕ ਲਾਗੂ ਹੋਈਆਂ ਉਹ ਲੋਕਾਂ ਨੂੰ ਕਮਜ਼ੋਰ ਕਰਨ ਵਾਲੀਆਂ ਨੇ, ਕਿਉਂਕਿ ਕਮਜ਼ੋਰ ਕਰਕੇ ਹੀ ਦਬਾ ਕੇ ਰੱਖਿਆ ਜਾ ਸਕਦਾ। ਨੋਟਬੰਦੀ ਹੋਈ ਸੀ, ਉਹਦਾ ਅਸਰ ਕੀ ਹੋਇਆ ਕਿ ਸਾਡੇ ਘਰਾਂ ਵਿੱਚ ਜਿਹੜੀ ਬਚਤ ਸੀਗੀ, ਜਿਹਦੇ ਕਰਕੇ ਸੰਕਟ ਨਾਲ ਸਾਡੀਆਂ ਮਾਵਾਂ ਭੈਣਾਂ ਡੀਲ ਕਰ ਲੈਂਦੀਆਂ ਸੀ, ਉਹ ਸਾਰੀ ਖੋਲ ਲਈ। ਉਹਦੇ ਤੋਂ ਬਾਅਦ ਕਰੋਨਾ ਦੇ ਨਾਂ ਦੇ ਉੱਤੇ ਤੁਸੀਂ ਮਜ਼ਦੂਰਾਂ ਨੂੰ ਬੰਦ ਕਰਕੇ 1 ਮਹੀਨਾ ਉਹਨਾਂ ਦੀ ਸਾਰੀ ਸੇਵਿੰਗ ਖੋਲੀ। ਵੇਲੇ ਭਗਤ ਸਿੰਘ ਨੇ ਕਿਹਾ ਸੀ ਕਿ ਵੀ ਆਪਾਂ ਮਜ਼ਦੂਰਾਂ ਕਿਸਾਨਾਂ ਨੂੰ ਜਥੇਬੰਦ ਕਰਨ ਤੋਂ ਪਹਿਲਾਂ ਨੌਜਵਾਨਾਂ ਦਾ ਦਿਮਾਗ ਤੇ ਸਾਫ਼ ਕਰੀਏ ਕਿ ਵੀ ਇਹ ਕਿਸੇ ਜਾਤ ਦੀ ਲੜਾਈ ਨਹੀਂ, ਇਹ ਕਿਸੇ ਰੇਸ ਦੀ ਲੜਾਈ ਨਹੀਂ, ਇਹ ਮਤਲਬ ਗੋਰੇ ਕਾਲੇ ਦੀ ਲੜਾਈ ਨਹੀਂ ਹੈ, ਨਾ ਇਹ ਇੱਕ ਦੇਸ਼ ਦੀ ਹੈ, ਇੱਕ ਸਿਸਟਮ ਦੀ ਲੜਾਈ। ਉਹ ਮੈਂ ਹੁਣ ਪੂਰੇ ਰਿਕਾਰਡ 'ਚ ਮਤਲਬ ਹੈ ਕਿ ਅੰਗਰੇਜ਼ਾਂ ਨੂੰ ਉਸ ਨਾਂ ਤੋਂ ਡਰ ਲੱਗਾ। ਤਾਂ ਮੈਂ ਕਿਹਾ ਵੀ ਅਸੀਂ ਜਿਹੜੀ ਬੰਦਾ ਉਹਦੇ ਕੋਲ ਬਹੁਤਾ ਟਾਈਮ ਨਹੀਂ ਹੈ। ਨਹੀਂ, ਉਸ ਨਾਮ ਤੋਂ ਹੋਰ ਡਰ ਕਿਹੜਾ ਸੀਗਾ ਜਿਹੜਾ ਉਹਦੇ ਮੋਹਰੇ ਜਿਹੜਾ ਉਹ ਰਾਮ ਲਾ ਦਿੱਤਾ ਗਿਆ? ਇਹ ਕਰਪਸ਼ਨ ਕੀਤੀ ਅਸੀਂ। ਤਾਂ ਉਹਦੇ ਵਿੱਚੋਂ ਜਿਹੜੀ ਇੱਕ ਰਾਮ ਵਾਲੀ ਕਰਪਸ਼ਨ ਹੈ, ਇਹ ਅੱਜ ਦੀ ਕਰਪਸ਼ਨ ਹੈਗੀ ਹੈ। ਔਰ ਮੈਂ ਉਹਨੂੰ ਪੁੱਛਿਆ ਵੀ ਤੂੰ ਮੈਨੂੰ ਦੱਸ, ਤੂੰ ਕਹਿੰਦਾ ਮੈਂ ਬੜੀ ਖੋਜ ਕੀਤੀ ਹੈ, ਮੈਨੂੰ ਦਿਖਾ ਕਿਹੜੇ ਕਾਗਜ਼ ਵਿੱਚ ਇਹ ਲਿਖਿਆ ਹੈ। ਭਾਰਤ ਦੇ ਵਿੱਚ ਇਸ ਵੇਲੇ ਜਿੱਥੇ ਕਿਸਾਨ ਅੰਦੋਲਨ ਦੀ ਚਰਚਾ ਚੱਲ ਰਹੀ ਹੈ, ਉੱਥੇ ਹੀ ਸਰਕਾਰ ਦੀਆਂ ਸਿੱਧੀਆਂ ਤੇ ਅਸਿੱਧੀਆਂ ਨੀਤੀਆਂ ਤੇ ਰਣਨੀਤੀਆਂ ਦੀ ਵੀ ਚਰਚਾ ਚੱਲਦੀ ਹੈ। ਸਿੱਧੀਆਂ ਨੀਤੀਆਂ ਜਿਹੜੀਆਂ ਸਿੱਧੇ ਤੌਰ ਤੇ ਪ੍ਰਭਾਵਿਤ ਕਰ ਰਹੀਆਂ ਨੇ, ਤੇ ਅਸਿੱਧੀਆਂ ਰਣਨੀਤੀਆਂ ਤੇ ਨੀਤੀਆਂ ਜਿਹੜੀਆਂ ਭਾਰਤ ਦੇ ਅੰਦਰਲੇ ਇਤਿਹਾਸ ਨੂੰ ਕਿਤੇ ਉਲਟ ਪਲਟ ਕਰਨ ਦੀ ਕੋਸ਼ਿਸ਼ ਕਰਦੀਆਂ ਨੇ, ਜਾਂ ਫਿਰ ਲੋਕਾਂ ਦੇ ਵਿੱਚ ਇੱਕ ਨਵੇਂ ਤਰੀਕੇ ਦੀ ਸੋਚ ਪੈਦਾ ਕਰਕੇ ਫਿਰਕਿਆਂ ਦੇ ਵਿੱਚ ਵੰਡਣ ਵਾਲੀਆਂ ਸਥਿਤੀਆਂ ਜਿਹੜੀਆਂ ਪੈਦਾ ਹੋ ਰਹੀਆਂ ਨੇ, ਉਹ ਵਾਲੀਆਂ ਗੱਲਾਂ ਜਿਹੜੀਆਂ ਉਹ ਹੋ ਰਹੀਆਂ ਨੇ। ਇਸ ਵੇਲੇ ਸਾਡੇ ਨਾਲ ਬੁੱਧੀਜੀਵੀ ਚਿੰਤਕ ਜਗਮੋਹਨ ਸਿੰਘ ਹੋਰੀ ਨੇ, ਪ੍ਰੋਫੈਸਰ ਜਗਮੋਹਨ ਹੋਰੀ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਪ੍ਰੋਫੈਸਰ ਸਾਹਿਬ, ਜਿਹੜੀਆਂ ਸਥਿਤੀਆਂ ਨੇ ਇਸ ਵੇਲੇ, ਜਿਹੜੇ ਹਾਲਾਤ ਬਣਦੇ ਪਏ ਨੇ ਕਿ ਇੱਥੇ ਹੁਣ ਨੱਥੂ ਰਾਮ ਦੇ ਕਹਿੰਦੇ ਚਰਚੇ ਵੱਧ ਹੁੰਦੇ ਆ, ਤੇ ਇਹ ਦੱਸਿਆ ਜਾਂਦਾ ਕਿ ਕਤਲ ਕਰਨ ਵਾਲਾ ਉਹ ਨਹੀਂ ਸੀ, ਗੋਲੀ ਤੇ ਇੱਕ ਹੋਰ ਵੀ ਮਿਲੀ ਸੀ ਪੈਰਲਲ, ਤੇ ਕਿਸੇ ਹੋਰ ਨੇ ਕੀਤਾ ਸੀਗਾ। ਨਾਲ ਸਾਵਰਕਰ ਨੂੰ ਵੀਰ ਕਰਕੇ ਸੰਬੋਧਨ ਕੀਤਾ ਜਾਂਦਾ ਹੈ, ਤੇ ਉੱਥੋਂ ਤੱਕ ਵੀ ਗੱਲ ਚੱਲਦੀ ਹੈ ਕਿ ਸ਼ਾਇਦ ਭਾਰਤ ਰਤਨ ਵੀ ਦੇ ਦੇਣਾ ਆ। ਇੱਥੋਂ ਤੱਕ ਦੀਆਂ ਗੱਲਾਂ ਚੱਲਦੀਆਂ। ਉਹ ਜਿਹੜਾ ਇਤਿਹਾਸ ਨੂੰ ਇੱਕਦਮ ਪਲਟਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਹੜਾ ਇੱਕਦਮ ਸਾਰੀਆਂ ਚੀਜ਼ਾਂ ਨਵੇਂ ਸਿਰੇ ਤੋਂ ਘੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕੀ ਇਸ ਕੋਸ਼ਿਸ਼ ਨੂੰ ਭਾਰਤ ਦੇ ਲੋਕ ਐਕਸੈਪਟ ਕਰ ਲੈਣਗੇ? ਇਹ ਸੰਭਵ ਹੋ ਪਾਏਗਾ, ਜਾਂ ਇਹ ਸਿਰਫ ਕੋਸ਼ਿਸ਼ਾਂ ਰਹਿ ਜਾਣਗੀਆਂ? ਜਾਂ ਤੁਹਾਨੂੰ ਲੱਗਦਾ ਕਿ ਸੱਤਾ ਦੇ ਵਿੱਚ ਜਿਹੜੀ ਧਿਰ ਬੈਠੀ ਹੁੰਦੀ ਉਹਦੇ ਕੋਲ ਤਾਕਤ ਬਹੁਤ ਹੁੰਦੀ ਆ, ਕਰ ਬਹੁਤ ਕੁਝ ਸਕਦੀ ਆ ਉਹ? ਇਹ ਦੇਖੋ, ਜਿਹੜਾ ਇਹ ਸਵਾਲ ਹੈ, ਅਸਲ 'ਚ ਆਪਾਂ ਮੂਲ ਗੱਲ ਸਮਝੀਏ ਕਿ ਇਹਦੇ ਮਗਰ ਮਨਸ਼ਾ ਕੀ ਹੈ। ਜੀ, ਮਤਲਬ ਕਿ ਮਨਸ਼ਾ ਇਹ ਹੈ ਕਿ ਲੋਕਾਂ ਨੂੰ ਕਮਜ਼ੋਰ ਕਿਵੇਂ ਕਰਨਾ। ਤੁਸੀਂ ਜਿੰਨੀਆਂ ਪਾਲਿਸੀਜ਼ ਹੁਣ ਤੱਕ ਲਾਗੂ ਹੋਈਆਂ ਉਹ ਲੋਕਾਂ ਨੂੰ ਕਮਜ਼ੋਰ ਕਰਨ ਵਾਲੀਆਂ ਨੇ, ਕਿਉਂਕਿ ਕਮਜ਼ੋਰ ਕਰਕੇ ਹੀ ਦਬਾ ਕੇ ਰੱਖਿਆ ਜਾ ਸਕਦਾ ਜੀ। ਔਰ ਇਹ ਵੀ ਕਿ ਇਤਿਹਾਸ ਜਿਹੜਾ ਹੈ ਉਹ ਸਾਨੂੰ ਇੱਕ ਪ੍ਰੇਰਨਾ ਦਿੰਦਾ, ਇੱਕ ਵਿਸ਼ਵਾਸ ਦਿੰਦਾ, ਅਤੇ ਜੇ ਤੁਸੀਂ ਇਤਿਹਾਸ ਨੂੰ ਵਿਗਾੜਦੇ ਹੋ ਤੇ ਉਹ ਉਲਟ ਜਾਂਦਾ। ਤਾਂ ਇੱਕ ਤਾਂ ਜਿਹੜੀ ਇਤਿਹਾਸ ਵਾਲੀ ਗੱਲ ਹੈ ਉਹਦੇ 'ਚ ਉੱਤੇ ਇਹ ਹੈਗਾ। ਔਰ ਕਿਉਂਕਿ ਇਹਨਾਂ ਦਾ ਖਾਸਾ ਜਦੋਂ ਤੁਸੀਂ ਪਿਛਲਾ ਸਾਰਾ ਲਈਏ ਤੇ 1945 ਵਿੱਚ ਅਮਰੀਕਨ ਅੰਬੈਸਡਰ ਨੇ ਵੀਰ ਸਾਵਰਕਰ ਨੂੰ ਇੱਕ ਕੁਐਸਚਨ ਪੋਜ਼ ਕੀਤਾ ਜੀ ਕਿ ਡਾਕਟਰ ਮੁੰਜੇ ਤੁਹਾਡਾ ਸਭ ਤੋਂ ਨੇੜੇ ਹੈ। ਉਹਨੇ ਕੱਲ੍ਹ ਹੀ ਬਿਆਨ ਦਿੱਤਾ ਹੈ ਕਿ ਅਸੀਂ ਤੇ ਇੰਡੋ ਬ੍ਰਿਟਿਸ਼ ਇੰਪਾਇਰ ਬਣਾਉਣੀ ਹੈ ਜੀ, ਆਜ਼ਾਦੀ ਤੋਂ ਬਾਅਦ ਅੰਗਰੇਜ਼ਾਂ ਨਾਲ ਰਲ ਕੇ। ਤਾਂ ਮੈਨੂੰ ਲੱਗਦਾ ਕਿ ਇਹ ਆਪਣੇ ਆਪ 'ਚ ਹੀ ਜਵਾਬ ਹੈ ਕਿ ਤੁਸੀਂ ਫਿਰ ਦੁਬਾਰਾ ਬ੍ਰਿਟਿਸ਼ ਰਾਜ ਦਾ ਇੱਕ ਪੱਖ ਬਣਾ ਰਹੇ ਹੋ, ਜਿਹਦੇ ਉੱਤੇ ਮਲਮਾ ਤੁਸੀਂ ਮਤਲਬ ਇੱਕ ਚੜਾਉਣਾ ਚਾਹੁੰਦੇ ਹੋ ਆਪਣਾ। ਤੀਸਰੀ ਗੱਲ ਜਿਹੜੀ ਹੈ ਕਿ ਇਹਦੇ 'ਚ ਜੇ ਹੁਣ ਤੁਸੀਂ ਵੀਕਨੈਸ ਵਾਲੀ ਗੱਲ ਤੋਂ ਕਮਜ਼ੋਰ ਕਿਵੇਂ ਕਰ ਰਹੇ, ਤੁਸੀਂ ਦੱਸੋ ਵੀ ਜਿਹੜੀ ਮਤਲਬ ਨੋਟਬੰਦੀ ਹੋਈ ਸੀ ਉਹਦਾ ਅਸਰ ਕੀ ਹੋਇਆ ਕਿ ਸਾਡੇ ਘਰਾਂ ਵਿੱਚ ਜਿਹੜੀ ਬਚਤ ਸੀਗੀ, ਜਿਹਦੇ ਕਰਕੇ ਸੰਕਟ ਨਾਲ ਸਾਡੀਆਂ ਮਾਵਾਂ ਭੈਣਾਂ ਡੀਲ ਕਰ ਲੈਂਦੀਆਂ ਸੀ, ਉਹ ਸਾਰੀ ਖੋਲ ਲਈ। ਉਹਦੇ ਤੋਂ ਬਾਅਦ ਕਰੋਨਾ ਦੇ ਨਾਂ ਦੇ ਉੱਤੇ ਤੁਸੀਂ ਮਜ਼ਦੂਰਾਂ ਨੂੰ ਬੰਦ ਕਰਕੇ 1 ਮਹੀਨਾ ਉਹਨਾਂ ਦੀ ਸਾਰੀ ਸੇਵਿੰਗ ਖੋਲੀ। ਮਤਲਬ ਜਿਹੜਾ ਨੌਕਰੀ ਪੇਸ਼ਾ ਲੋਕ ਸੀ ਉਹਨਾਂ ਨੂੰ ਕਿਹਾ ਤੁਸੀਂ EPF ਡਰਾ ਕਰਕੇ ਆਪਣੇ ਕਰਜ਼ੇ ਚੁਕਾਓ। 32,000 ਕਰੋੜ ਰੁਪਇਆ EPF ਦਾ ਉਹਨਾਂ ਦਾ ਖਾ ਗਏ। ਮਜ਼ਦੂਰਾਂ ਨੂੰ ਇਕੱਠੇ ਨਾ ਹੋਣ, ਉਹਦੇ 'ਚ ਤੁਸੀਂ ਦੇਖੋ ਕਿ ਉਹਦੇ 'ਚ ਮਤਲਬ ਜਿਹੜੇ ਕਾਨੂੰਨਾਂ ਨੂੰ ਕਿਵੇਂ ਤਰੋੜਿਆ ਮਰੋੜਿਆ ਗਿਆ। ਮੈਂ ਕੱਲ੍ਹ ਗੱਡੀ 'ਤੇ ਸੀ, ਹੁਣ ਜਿੰਨੀਆਂ ਗੱਡੀਆਂ ਚੱਲ ਰਹੀਆਂ ਨੇ ਉਹ ਸਵਾਏ ਤੀਰਥ ਯਾਤਰਾ ਦੇ ਉਹ ਕੋਈ ਗੱਡੀ ਹੋਰ ਨਹੀਂ ਚੱਲ ਰਹੀ। ਇਹਦਾ ਮਤਲਬ ਕਾਮਨ ਮੈਨ ਨੂੰ ਜਿਹੜੀ ਫੈਸਿਲਿਟੀ ਸੀ ਉਹਨੂੰ ਵੀ ਬਲੌਕ ਕਰਤਾ। ਤਾਂ ਇਹ ਜਿਹੜਾ ਕਮਜ਼ੋਰ ਕਰਨ ਦਾ ਤਰੀਕਾ ਹੈ, ਜੇ ਆਪਾਂ ਇਹਨੂੰ ਸਮਝਾਂਗੇ
ਤੇ ਫਿਰ ਉਹਦਾ ਜਿਹੜਾ ਹੱਲ ਹੈ ਉਹ ਹੈ ਕਿ ਲੋਕ ਆਪਣੇ ਆਪ ਨੂੰ ਮਜ਼ਬੂਤ ਕਿਵੇਂ ਕਰਨ। ਮਤਲਬ ਔਰ ਲੋਕ ਕਦੀ ਵੀ, ਔਰ ਇਹ ਮਤਲਬ ਜੇ ਆਪਾਂ ਬਹੁਤ ਪੁਰਾਣੇ ਇਤਿਹਾਸ ਵਿੱਚ ਵੀ ਲਈਏ ਤੇ ਗੁਰੂ ਗੋਬਿੰਦ ਸਿੰਘ ਨੇ ਬੜਾ ਸਾਦਗੀ ਨਾਲ ਉਦੋਂ ਲੋਕਾਂ ਨੂੰ ਸਮਝਾਇਆ ਸੀ। ਜੀ ਪਹਿਲੀ ਗੱਲ ਤੇ ਹੈ ਕਿ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਮਤਲਬ ਸ਼ਹਾਦਤ ਤੋਂ ਪਹਿਲਾਂ ਇੱਕ ਮੂਲ ਮੰਤਰ ਭੇਜਿਆ ਔਰ ਉਹ ਮੂਲ ਮੰਤਰ ਭਗਤ ਸਿੰਘ ਨੇ ਪੜ੍ਹਿਆ। ਜੀ ਮਤਲਬ ਨਨਕਾਣਾ ਸਾਹਿਬ ਦੇ ਸਾਕੇ ਤੋਂ ਬਾਅਦ ਉਹ ਇਹ ਸੀ ਕਿ ਬਲ ਛੁੱਟ ਕੇ ਉਹ ਬੰਧਨ ਪੜੇ ਕਿਛੂ ਨਾ ਹੋ ਤਪਾਏ, ਕਹੇ ਨਾਨਕ ਹਰੀ ਕੇ ਹੱਥ ਮੇ ਜੈਸੇ ਗਜ ਕੋ ਹੋਏ ਸਾ। ਜੀ ਕਿ ਜੇ ਤੁਸੀਂ ਨਿਰਬਲ ਹੋ ਫਿਰ ਤੁਸੀਂ ਕੁਝ ਨਹੀਂ ਕਰ ਸਕਦੇ, ਫਿਰ ਤੇ ਅਰਦਾਸ ਕਰਨ ਤੋਂ ਬਗੈਰ ਤੁਹਾਡੇ ਕੋਲ ਕੋਈ ਮਤਲਬ ਸਹਾਰਾ ਨਹੀਂ ਹੈ। ਉਹਦਾ ਜਵਾਬ ਜਿਹੜਾ ਹੈ ਅਗਲੇ ਸ਼ਲੋਕ 'ਚ ਹੈ, ਕੋਈ ਬਲ ਹੁਆ ਬੰਧਨ ਛੂਟੇ ਸਭ ਕੁਝ ਹੋ ਤਪਾਏ, ਨਾਨਕ ਤੁਮਰੇ ਹੱਥ ਮੇ ਤੁਮ ਹੀ ਹੋਏ ਸਾ। ਕਿ ਤੂੰ ਕਿਸੇ ਹੋਰ ਦਾ ਸਹਾਰਾ ਨਹੀਂ ਲੱਭਣਾ, ਤੂੰ ਆਪਣਾ ਸਹਾਰਾ ਆਪ ਬਣਨਾ ਜੇ ਤੂੰ ਬਲਵਾਨ ਹੈ। ਤੂੰ ਭਗਤ ਸਿੰਘ ਨੇ ਕਿਹਾ ਕਿ ਅਸਲ ਲੜਾਈ ਤੇ ਨਿਰਬਲਤਾ ਨੂੰ ਦੂਰ ਕਰਕੇ ਬਲਵਾਨ ਬਣਾਉਣ ਦੀ ਹੈ। ਜੀ ਹੁਣ ਇਹ ਉਹਨਾਂ ਨਿਰਬਲਤਾਵਾਂ ਨੂੰ, ਜਿਹਨੂੰ ਭਗਤ ਸਿੰਘ ਨੇ ਕਿਹਾ ਸੀ ਕਿ ਵੀ ਸਾਡੀ ਲੜਾਈ ਮਤਲਬ ਆਪਣੀਆਂ ਕਮਜ਼ੋਰੀਆਂ ਦੇ ਖਿਲਾਫ ਹੈ, ਕਿ ਜਿਹੜੀਆਂ ਕਮਜ਼ੋਰੀਆਂ ਦਾ ਫਾਇਦਾ ਸਾਡਾ ਆਪਣਾ ਖੁਦਗਰਜ਼ ਬੰਦਾ ਵੀ ਉਠਾਉਂਦਾ ਤੇ ਵਿਦੇਸ਼ੀ ਵੀ ਉਠਾਉਂਦਾ। ਤਾਂ ਹੁਣ ਉਹੀ ਕਮਜ਼ੋਰੀਆਂ ਜਿਹੜੀਆਂ ਨੇ ਉਹਨਾਂ ਨੂੰ ਇਹ ਦੁਬਾਰਾ ਸਾਡੇ ਤੇ ਲਾਗੂ ਕਰ ਰਹੇ ਨੇ। ਤਾਂ ਇਹਦੇ ਵਿੱਚ ਹੁਣ ਕਿਸਾਨ ਮੂਵਮੈਂਟ ਜਿਹੜੀ ਹੈ ਉਹਨੇ ਉਹ ਬਹੁਤ ਕੁਝ ਉਹਨੇ ਓਵਰਕਮ ਕਰ ਲਿਆ। ਮਤਲਬ ਉਹ ਲੰਗਰ ਨੇ ਇਕੱਠਿਆਂ ਕਰਤਾ ਜੀ ਔਰ ਇਹ ਲੰਗਰ ਨੇ ਹੀ ਆਪਣੇ ਜਿਹੜਾ ਜਲਿਆਂਵਾਲਾ ਬਾਗ ਹੈ ਉਹਦੇ ਤੋਂ ਪਹਿਲਾਂ ਲੋਕਾਂ ਦੀ ਏਕਤਾ ਕੀਤੀ ਸੀ। ਜਾਤ ਪਾਤ ਤੋਂ ਧਰਮਾਂ ਤੋਂ ਉੱਪਰ ਉੱਠ ਕੇ ਲੋਕਾਂ ਨੇ ਏਕਤਾ ਕੀਤੀ ਜਿਹਨੇ ਉਹਨਾਂ ਨੂੰ ਪਾਗਲ ਕਰਤਾ। ਪਰ ਇੱਥੇ ਸਮੱਸਿਆ ਇਹ ਵੀ ਹੈ ਨਾ ਕਿ ਲੰਗਰ ਤੋਂ ਵੀ ਦਿੱਕਤ ਹੈ ਨਾ, ਜਿਨ੍ਹਾਂ ਲੋਕਾਂ ਨੇ ਲੰਗਰ ਚਲਾਏ ਇਸ ਅੰਦੋਲਨ 'ਚ ਉਹਨਾਂ ਨੂੰ ਤਾਂ 에ਅਰਪੋਰਟ ਤੋਂ ਵਾਪਸ ਮੋੜਿਆ ਜਾ ਰਿਹਾ, ਕਹਿੰਦੇ ਪ੍ਰਵਾਸੀ ਤੁਸੀਂ ਮਦਦ ਕੀਤੀ ਹੈ ਚਲੋ ਵਾਪਸ। ਨਹੀਂ ਦੇਖੋ ਇਹ ਜਿਹੜਾ ਨਾ ਉਹੀ ਤੁਸੀਂ ਉਸ ਗੱਲ ਨੂੰ ਫੜੋ ਕਿ ਇਹ ਕਮਜ਼ੋਰ ਕਰਨ ਦਾ, ਜੀ ਕਿਉਂਕਿ ਇਹ ਵੀ ਤੁਹਾਨੂੰ ਮੈਂ ਦੱਸਦਾ ਕਿ ਮਾਰਸ਼ਲ ਲਾ ਦਾ ਪਹਿਲਾ ਆਰਡਰ ਇਸ ਵੀ ਲੰਗਰ ਨਹੀਂ ਲੱਗਣ ਦੇਣਾ। ਤਾਂ ਇਹ ਉਹਦੇ ਨਾਲ ਕੋਈ ਵੱਖਰਾ ਨਹੀਂ ਹੈ। ਇਹਨਾਂ ਦੀ ਚਾਲ ਜਿਹੜੀ ਹੈ ਉਹ ਉਹੀ ਹੈਗੀ, ਪਰ ਬੇਸ ਇਹ ਹੈ ਕਿ ਅਸੀਂ ਇਕੱਠੇ ਮਤਲਬ ਆਪਣੇ ਆਪ ਨੂੰ ਮਜ਼ਬੂਤ ਕਿਵੇਂ ਕਰੀਏ। ਮਤਲਬ ਸਾਡਾ ਮਤਲਬ ਜਿਹੜਾ ਵਿਰਸਾ ਹੈ ਉਹ ਸਾਨੂੰ ਮਜ਼ਬੂਤ ਕਰਦਾ। ਸਾਨੂੰ ਇਹ ਬਾਬੇ ਜਿਹੜੇ ਨੇ ਉਹ ਦਿੰਦੇ ਨੇ ਕਿ ਤੁਸੀਂ ਜ਼ਿੰਦਗੀ ਭਰ ਇੱਕ ਇਨਕਲਾਬੀ ਜਜ਼ਬੇ ਨਾਲ ਜੀ ਸਕਦੇ ਹੋ, ਕਿੰਨੀਆਂ ਮੁਸੀਬਤਾਂ ਆਉਣ ਉਹ ਤੁਹਾਨੂੰ ਥੜਕਾ ਨਹੀਂ ਸਕਦੀਆਂ। ਜੀ ਮਤਲਬ ਇਹ ਉਹਦੀ ਯਾਦਗਾਰ ਹੈ। ਭਗਤ ਸਿੰਘ ਨੇ ਵੀ ਕਿਹਾ ਕਿ ਵੀ ਮੈਂ ਨਾ ਹੋਵਾਂ ਪਰ ਮੇਰੇ ਵਿਚਾਰ ਤੁਹਾਨੂੰ ਲਗਾਤਾਰ ਮਤਲਬ ਜਿਹੜੇ ਨੇ ਰਾਹ ਦਸਾਏ ਰਹਿਣਗੇ। ਮੇਰੇ ਹਵਾ ਮੇ ਰਹੇਂਗੀ ਖਿਆਲ ਕੀ ਬਿਜਲੀਆਂ, ਇਹ ਮੁਸ਼ਤੇ ਖਾਕ ਹੈ ਫਾਨੀ, ਰਹੇ ਜਾਂ ਨਾ ਰਹੇ। ਤਾਂ ਉਹ ਜਿਹੜਾ ਇੱਕ ਇਰਾਦਾ ਹੈ, ਅਕੀਦਤ ਹੈ ਉਹਦਾ। ਔਰ ਇਸ ਕਰਕੇ ਮੈਂ ਕਹਿ ਰਿਹਾ ਕਿ ਅੱਜ ਇੱਕ ਹੋਰ ਬਹੁਤ ਇੰਪੋਰਟੈਂਟ ਪੁਆਇੰਟ ਹੈ ਕਿ 1924 ਦਾ ਪੁਆਇੰਟ ਜਿਹੜਾ ਸਾਡੇ ਇਤਿਹਾਸ ਵਿੱਚ ਸਭ ਤੋਂ ਸੰਕਟਮਈ ਇਤਿਹਾਸ ਸੀ। ਜਲਿਆਂਵਾਲਾ ਬਾਗ ਹੋਇਆ, ਉਹ ਤੋਂ ਬਾਅਦ ਇਹ 22 ਦੀ ਮੂਵਮੈਂਟ ਹੋਈ, ਨਾਨ ਕੋਆਪਰੇਸ਼ਨ ਵਿਡਰਾ ਹੋ ਗਈ, ਫਿਰ ਉਹ ਤੋਂ ਬਾਅਦ ਮਤਲਬ ਹੋਇਆ। ਤੇ ਉਸ ਵੇਲੇ ਭਗਤ ਸਿੰਘ ਨੇ ਕਿਹਾ ਸੀ ਕਿ ਵੀ ਆਪਾਂ ਮਜ਼ਦੂਰਾਂ ਕਿਸਾਨਾਂ ਨੂੰ ਜਥੇਬੰਦ ਕਰਨ ਤੋਂ ਪਹਿਲਾਂ ਨੌਜਵਾਨਾਂ ਦਾ ਦਿਮਾਗ ਤੇ ਸਾਫ਼ ਕਰੀਏ। ਔਰ ਉਹਨਾਂ ਨੇ 4 ਚੀਜ਼ਾਂ ਰੱਖੀਆਂ ਜਿਹਦੇ ਤੇ ਨੌਜਵਾਨ ਲਹਿਰ ਖੜੀ ਕੀਤੀ। ਪਹਿਲੀ ਇਹ ਸੀ ਵੀ ਨੌਜਵਾਨਾਂ ਦੇ ਦਿਮਾਗ 'ਚੋਂ ਧਾਰਮਿਕ ਵਿਤਕਰਾ ਕੱਢੋ, ਮਤਲਬ ਨੌਜਵਾਨਾਂ ਦੇ ਦਿਮਾਗ 'ਚੋਂ ਜਾਤ ਪਾਤ ਦਾ ਕੱਢੋ। ਔਰ ਉਹਦੇ ਵਾਸਤੇ ਉਹਨਾਂ ਨੇ ਮਤਲਬ ਡਾਕਟਰ ਸੈਫੂਦੀਨ ਕਿਚਲੂ ਨੂੰ ਬੁਲਾ ਕੇ ਲੰਗਰ ਸ਼ੁਰੂ ਕੀਤਾ। ਮਤਲਬ ਪ੍ਰਥਾ ਹੈ ਆਪਣੀ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਦੋਨੋਂ ਚੀਜ਼ਾਂ ਤੇ ਤਾਂ ਸਾਫ਼ ਹੋਣਗੀਆਂ ਜੇ ਆਪਾਂ ਵਿਗਿਆਨਕ ਵਿਚਾਰ ਬਣੇਗਾ। ਤਾਂ ਮੈਂ ਕਹਿ ਰਿਹਾ ਸੀ ਕਿ ਵਿਗਿਆਨਕ ਵਿਚਾਰ ਦਾ ਮਤਲਬ ਕੋਈ ਸਾਇੰਸ ਪੜ੍ਹਨਾ ਨਹੀਂ ਹੁੰਦਾ। ਸਿਰਫ ਇਹ ਹੈ ਕਿ ਜੇ ਤੁਸੀਂ ਕਾਰਨ ਸਮਝ ਲਓ ਤੇ ਫਿਰ ਉਹਦਾ ਹੱਲ ਹੋ ਜਾਂਦਾ ਹੈ। ਕਾਰਨ ਸਮਝਣਾ ਜਾਂ ਕਾਰਨ ਬਾਰੇ ਸਵਾਲ ਕਰਨਾ, ਕਿਉਂਕਿ ਇੱਕ ਹੈਗਾ ਭਰਮ ਖੜਾ ਕਰਨਾ ਕਿ ਜੀ ਇਹ ਤੇ ਕੁਦਰਤ ਦਾ ਸਾਡੇ ਵੱਸੋਂ ਬਾਹਰ ਹੈ, ਲੇਕਿਨ ਜਦੋਂ ਤੁਹਾਨੂੰ ਕਾਰਨ ਪਤਾ ਫਿਰ ਤੁਹਾਡੇ ਵੱਸ 'ਚ ਹੈ। ਤਾਂ ਉਹ ਕਾਰਨ ਦਾ ਜਿਹੜਾ ਹੈ ਉਹਨਾਂ ਨੇ ਚੌਥੀ ਗੱਲ ਉਹਨਾਂ ਨੇ ਜਿਹੜੀ ਕਹੀ ਸੀ, ਜਿਹੜੀ ਹੁਣ ਵੀ ਓਨੀ ਟੁਕਦੀ ਹੈ। ਉਹਨਾਂ ਨੇ ਕਿਹਾ ਕਿ ਵੀ ਅਸਲ ਵਿੱਚ ਗਦਰ ਪਾਰਟੀ ਨੇ ਸਾਨੂੰ ਇਹ ਸਮਝਾਇਆ ਹੈ ਕਿ ਵੀ ਇਹ ਕਿਸੇ ਜਾਤ ਦੀ ਲੜਾਈ ਨਹੀਂ, ਇਹ ਕਿਸੇ ਰੇਸ ਦੀ ਲੜਾਈ ਨਹੀਂ, ਇਹ ਮਤਲਬ ਗੋਰੇ ਕਾਲੇ ਦੀ ਲੜਾਈ ਨਹੀਂ ਹੈ, ਨਾ ਇਹ ਇੱਕ ਦੇਸ਼ ਦੀ ਹੈ, ਇੱਕ ਸਿਸਟਮ ਦੀ ਲੜਾਈ। ਸਾਮਰਾਜ ਦਾ ਸ਼ਬਦ ਗਦਰ ਪਾਰਟੀ ਨੇ ਸਾਡੀ ਪੋਲੀਟੀਕਲ ਵੋਕੈਬਲਰੀ 'ਚ ਐਡ ਕੀਤਾ। ਭਗਤ ਸਿੰਘ ਨੇ ਉਹਨੂੰ ਰਿਫਾਈਨ ਕੀਤਾ ਕਿ ਇਹ ਮਤਲਬ ਸਾਮਰਾਜਵਾਦ ਮੁਰਦਾਬਾਦ, ਇਨਕਲਾਬ ਜ਼ਿੰਦਾਬਾਦ। ਔਰ ਸਾਮਰਾਜਵਾਦ ਨੂੰ ਉਹਨਾਂ ਨੇ ਬੜੇ ਸ਼ਾਦਾ ਲਫ਼ਜ਼ਾਂ ਯਾਦ ਕਿਹਾ ਕਿ ਸਾਮਰਾਜਵਾਦ ਇਹ ਹੈ ਕਿ ਇੱਕ ਦੇਸ਼ ਦੂਜੇ ਦੇਸ਼ ਨੂੰ ਲੁੱਟਦਾ ਹੈ। ਜਿੱਦਾਂ ਅੱਜ ਕਾਰਪੋਰੇਟ ਲੁੱਟ ਰਹੀਆਂ ਤੁਹਾਡੀ, ਉਹ ਮਤਲਬ ਉਹਨਾਂ ਨੇ ਸਮਝਾਤਾ। ਪਰ ਨਾਲ ਹੀ ਉਹਨਾਂ ਨੇ ਕਿਹਾ ਕਿ ਇਹ ਲੜਾਈ ਸਾਡੀ ਮਤਲਬ ਕਿਹੜੇ ਸ਼ਰਾਪ ਦੇ ਖਿਲਾਫ ਹੈ, ਕਿਉਂਕਿ ਸਿਸਟਮ ਤੁਹਾਡੇ ਉੱਤੇ ਇੱਕ ਸ਼ਰਾਪ, ਤੁਹਾਡੇ ਤੇ ਇੱਕ ਪ੍ਰੋਬਲਮ ਖੜੀ ਕਰਦਾ। ਔਰ ਪ੍ਰੋਬਲਮ ਕੀ ਹੈ? ਨਾ ਬਰਾਬਰੀ। ਜਦੋਂ ਉਹਨਾਂ ਨੇ ਲਿਖਿਆ ਕਿ ਸਵਰਾਜ ਜਿਸ ਲਈ ਅਸੀਂ ਕੰਮ ਕਰ ਰਹੇ ਹਾਂ ਉਹ 98% ਲੋਕਾਂ ਦਾ ਹੋਏਗਾ, 98% ਲੋਕਾਂ ਦੀ ਹਿੱਸੇਦਾਰੀ ਨਾਲ ਮਿਲਾਏਗਾ। ਤਾਂ ਉਹ ਹੁਣ ਪਿਕਟੀ ਮਤਲਬ ਸਭ ਤੋਂ ਵੱਡਾ ਫਰਾਂਸ ਦਾ ਜਿਹੜਾ ਮਤਲਬ ਇਕਨੋਮਿਸਟ ਹੈ ਜਿਹਨੇ ਨਾ ਬਰਾਬਰੀ ਤੇ ਦੁਨੀਆ ਦੇ ਸਾਰੇ ਇਤਿਹਾਸ 'ਤੇ ਕੰਮ ਕੀਤਾ ਹੈ, ਉਹਦਾ ਇਹ ਕਹਿਣਾ
ਕਿ 20ਵੇਂ ਦਹਾਕੇ 'ਚ ਜਿਹੜੀ ਨਾ ਬਰਾਬਰੀ ਸੀ ਉਹ 2016 ਦੇ ਵਿੱਚ ਵੀ ਉਹੀ ਨਾ ਬਰਾਬਰੀ। ਇਹਦਾ ਮਤਲਬ ਨਾ ਬਰਾਬਰੀ ਤੁਹਾਡੀ ਲੜਾਈ ਹੈ, ਨਾ ਬਰਾਬਰੀ ਨੂੰ ਬਰਾਬਰੀ 'ਚ ਕਿਵੇਂ ਬਦਲਣਾ ਜੀ। ਔਰ ਉਹ ਲਗਾਤਾਰ ਤੁਹਾਨੂੰ ਕਮਜ਼ੋਰ ਕਰਨ ਲਈ ਨਾ ਬਰਾਬਰੀ ਨੂੰ ਵਧਾਉਣਗੇ। ਤੋ ਇਹ ਜਿਹੜਾ ਹੈ ਕਿ ਵੀ ਇਹਦਾ ਮੂਲ ਅਗਰ ਆਪਾਂ ਸਮਝੇ ਤੇ ਫਿਰ ਉਹਦਾ ਮੂਲ ਚੋਂ ਹੀ ਜਵਾਬ ਨਿਕਲਣਾ ਹੈ ਕਿ ਅਸੀਂ ਕਿਵੇਂ ਤਾਕਤਵਰ ਹੋ ਸਕਦੇ, ਬਲਵਾਨ ਕਿਵੇਂ ਹੋ ਸਕਦੇ ਹਾਂ। ਬਲਵਾਨ ਇਹਦੇ 'ਚ ਹੀ ਹੈ ਕਿ ਜਿੱਦਾਂ ਹੁਣ ਲਹਿਰ ਹੈ, ਏਕਤਾ ਹੈ, ਕਲੈਕਟਿਵ ਲੀਡਰਸ਼ਿਪ ਹੈ। ਮਤਲਬ ਇਸ ਲਹਿਰ ਦੀ ਸਭ ਤੋਂ ਖੂਬਸੂਰਤ ਗੱਲ ਇਹ ਹੈ ਕਿ ਉੱਥੇ 400 ਬੰਦੇ ਵੀ ਇਕੱਠੇ ਹੋ ਕੇ ਫੈਸਲਾ ਕਰ ਸਕਦੇ ਨੇ ਔਰ ਉਹ ਵੱਡੇ ਤੋਂ ਵੱਡੇ ਬੰਦੇ ਨੂੰ ਸਮਝਾ ਵੀ ਸਕਦੇ ਨੇ। ਮਤਲਬ ਕੋਈ ਵਿਅਕਤੀਵਾਦਤਾ ਨਹੀਂ ਹੈ ਔਰ ਇਹਨਾਂ ਦਾ ਕੰਮ ਉਹ ਵਿਅਕਤੀਵਾਦਤਾ ਨੂੰ ਲਿਆਉਣਾ। ਤੋ ਇਸ ਕਰਕੇ ਇਹ ਜਿਹੜੇ ਸਾਰੀਆਂ ਚਾਲਾਂ ਨੇ ਇਹਦੇ ਮੂਲ 'ਚ ਉਹ ਖੜਾ ਹੈ ਕਿ ਇਸੇ ਕਰਕੇ ਤੁਸੀਂ ਪੁਰਾਣਾ ਮਤਲਬ ਉਹਨੂੰ ਮਨੂ ਨੂੰ ਬੁਲਾ ਲੈਂਦੇ ਹੋ, ਮਤਲਬ ਔਰਤਾਂ ਨੂੰ ਤੁਸੀਂ ਥੱਲੇ ਲਗਾਉਂਦੇ ਹੋ, ਉਹ ਵੀ ਕਮਜ਼ੋਰ ਕਰਨ ਦਾ ਤਰੀਕਾ ਹੈ। ਅੱਛਾ, ਬਹੁਤ ਸਾਰੀਆਂ ਚੀਜ਼ਾਂ ਨੇ ਕਿਉਂਕਿ ਮੈਂ ਤੁਹਾਡੇ ਨਾਲ ਇਸ ਸੰਦਰਭ ਦੇ ਵਿੱਚ ਇਸ ਕਰਕੇ ਵੀ ਗੱਲ ਕਰਦਾ। ਅਸੀਂ ਦਰਸ਼ਕਾਂ ਨੂੰ ਦੱਸ ਦਈਏ ਕਿ ਵੈਸੇ ਬਹੁਤ ਸਾਰੇ ਦਰਸ਼ਕ ਜਾਣਦੇ ਹੋਣਗੇ ਕਿ ਸ਼ਹੀਦ ਭਗਤ ਸਿੰਘ ਹੋਰਾਂ ਦੇ ਪਰਿਵਾਰ ਨਾਲ ਪ੍ਰੋਫੈਸਰ ਜਗਮੋਹਨ ਹੋਰਾਂ ਦਾ ਸਬੰਧ ਹੈ। ਉਹਦੇ ਨਾਲੋਂ ਕਿਤੇ ਵੱਧ ਕੇ ਜਿਹੜਾ ਦੇਸ਼ ਭਗਤਾਂ ਦੇ ਉੱਤੇ ਉਹਨਾਂ ਦੀ ਰਿਸਰਚ ਹੈ ਉਹ ਵੱਡੇ ਪੱਧਰ ਤੇ ਕੰਮ ਕਰਦੀ ਹੈ। ਉਸੇ ਰਿਸਰਚ ਦੇ ਵਿੱਚੋਂ ਇੱਕ ਵਾਰ ਮੈਂ ਤੁਹਾਡੇ ਨਾਲ ਮੁਖਾਤਿਬ ਹੋਇਆ ਸੀ ਤੇ ਗੱਲਾਂ ਬਾਤਾਂ ਹੋਈਆਂ ਸੀ। ਉਹ 'ਚ ਗੱਲ ਨਿਕਲ ਕੇ ਆਈ ਸੀਗੀ ਕਿ ਊਧਮ ਸਿੰਘ ਹੋਰਾਂ ਦਾ ਜਿਹੜਾ ਨਾਮ ਉਹਨਾਂ ਨੇ ਅਸਲ ਦੇ ਵਿੱਚ ਆਪਣੀ ਫੋਟੋ ਦੇ ਪਿੱਛੇ ਜਿਹੜੇ ਦਸਤਖਤ ਕੀਤੇ ਸੀਗੇ ਉਹ ਕੀ ਸੀਗਾ, ਮੁਹੰਮਦ ਸਿੰਘ ਆਜ਼ਾਦ। ਉਹਦੇ ਅੱਗੇ ਇੱਕ ਸ਼ਬਦ ਹੋਰ ਐਡ ਕੀਤਾ ਜਾਂਦਾ। ਇਹ ਮੈਂ ਇਸ ਕਰਕੇ ਗੱਲ ਕਰਦਾ ਕਿਉਂਕਿ ਹੁਣ ਤਾਜ਼ਾ ਇੱਕ ਫਿਲਮ ਆਈ ਹੈ ਜਿਹਦੇ ਵਿੱਚ ਉਹ ਜਿਹੜੀ ਚੀਜ਼ ਕੀਤੀ ਹੈ, ਹਾਂ ਉਹ ਜ਼ਰੂਰ ਮੈਂ ਕਹਿੰਦਾ ਕਿ ਇੱਕ ਵਾਰੀ ਮੈਂ ਸਮਝਦਾ ਕਿ ਮਤਲਬ ਸ਼ਹੀਦ ਊਧਮ ਸਿੰਘ ਦੀਆਂ ਜਿਹੜੀ ਸਭ ਤੋਂ ਵੱਡੀ ਚੀਜ਼ ਹੈ ਇੱਕ ਤਾਂ ਕਿ ਭਗਤ ਸਿੰਘ ਨੂੰ ਦੇਖਿਆ ਉਹਨੇ ਜੀ, ਉਹ ਵੀ ਉਸੇ ਵਕਤ ਜੇਲ੍ਹ 'ਚ ਸੀ ਜਦੋਂ ਭਗਤ ਸਿੰਘ ਹੋਣੀ ਸੀ ਜੀ। ਤਾਂ ਭਗਤ ਸਿੰਘ ਨੂੰ ਉਹਨਾਂ ਨੇ ਜਿੱਦਾਂ ਭਗਤ ਸਿੰਘ ਉਹਨਾਂ ਨੇ ਕਰਤਾਰ ਸਿੰਘ ਸਰਾਭਾ ਨੂੰ ਆਪਣਾ ਪ੍ਰੇਰਕ ਬਣਾਇਆ, ਉਹਨਾਂ ਨੇ ਭਗਤ ਸਿੰਘ ਨੂੰ ਬਣਾਇਆ। ਪਰ ਉਹ ਜਿਹੜੀ ਹੈ ਕਿ ਉਸ ਤੋਂ ਬਾਅਦ ਉਹ ਗਦਰ ਪਾਰਟੀ ਨਾਲ ਰਹੇ। ਉਹ ਜਿਹੜੀ ਗਦਰ ਪਾਰਟੀ ਤੇ ਭਗਤ ਸਿੰਘ ਦੀ ਸਮੇਲ ਹੈ ਉਹਦੇ 'ਚੋਂ ਉਹ ਇਸੇ ਗੱਲ ਤੇ ਪਹੁੰਚੇ ਕਿ ਵੀ ਇਹ ਤੜਫੇ ਕਾਹਦੇ ਤੋਂ ਸੀ। ਮਤਲਬ ਜਿਹੜੀ ਏਕਤਾ ਤੋਂ ਨੇ ਉਹਨਾਂ ਨੂੰ ਪਾਗਲ ਕੀਤਾ ਮਾਈਕਲ ਐਡਵਾਇਰ ਤੇ ਡਾਇਰ ਨੂੰ। ਤਾਂ ਮੈਂ ਕਿਹਾ ਵੀ ਐਕਚੁਅਲੀ ਤੇ ਮਤਲਬ ਮੁਹੰਮਦ ਸਿੰਘ ਆਜ਼ਾਦ ਉਹਨਾਂ ਦੀ ਮੁਕਤੀ ਦਾ ਨਾਂ ਹੈ ਕਿਉਂਕਿ ਤੁਹਾਡੀ ਮੁਕਤੀ ਇਹਦੇ ਨਾਲ ਹੀ ਹੋਣੀ ਹੈ ਜਿਸ ਤੋਂ ਤੁਸੀਂ ਡਰੇ ਸੀ। ਔਰ ਉਹ ਉਹਨਾਂ ਨੇ ਬੜੇ ਡਟ ਕੇ ਕਿਹਾ। ਉਹ ਮੈਂ ਹੁਣ ਪੂਰੇ ਰਿਕਾਰਡ 'ਚ ਮਤਲਬ ਹੈ ਕਿ ਅੰਗਰੇਜ਼ਾਂ ਨੂੰ ਉਸ ਨਾਂ ਤੋਂ ਡਰ ਲੱਗਾ। ਤਾਂ ਮੈਂ ਕਿਹਾ ਵੀ ਅਸੀਂ ਜਿਹੜੀ ਬੰਦਾ ਉਹਦੇ ਕੋਲ ਬਹੁਤਾ ਟਾਈਮ ਨਹੀਂ ਹੈ। ਨਹੀਂ, ਉਸ ਨਾਮ ਤੋਂ ਹੋਰ ਡਰ ਕਿਹੜਾ ਸੀਗਾ ਜਿਹੜਾ ਉਹਦੇ ਮੋਹਰੇ ਜਿਹੜਾ ਉਹ ਰਾਮ ਲਾ ਦਿੱਤਾ? ਨਹੀਂ, ਇਹ ਕਰਪਸ਼ਨ ਕੀਤੀ ਅਸੀਂ ਕਿ ਵੀ ਜਦੋਂ ਉਹਨੂੰ ਵੀ ਇੱਕ ਤੇ ਉਹਨਾਂ ਨੇ ਕਰਪਟ ਕੀਤਾ ਕਿ ਵੀ ਇਹ ਲੁਕੋ ਦਿਓ। ਹਾਲਾਂਕਿ ਉਦੇ ਸਿੰਘ ਉਹਦਾ ਨਾਂ ਸੀ, ਜਿਹੜੀ ਸਜ਼ਾ ਹੋਈ ਉਦੇ ਸਿੰਘ 'ਚ ਹੋਈ। ਹੁਣ ਜਦੋਂ ਪਾਸਪੋਰਟ ਬਣਾਉਣਾ ਸੀ ਤੇ ਉਹਨਾਂ ਨੇ ਊਧਮ ਸਿੰਘ ਕਹਿ ਲਿਆ, ਉਹਨਾਂ ਨੇ ਉਸ ਨੂੰ ਕੀਤਾ। ਅਸੀਂ ਹੁਣ ਤੱਕ ਉਹ ਕਰਦੇ ਹਾਂ। ਔਰ ਫਿਰ ਮਤਲਬ ਇਹ ਜਿਹੜਾ ਉਹਦੇ 'ਚ ਤੁਸੀਂ ਇਹ ਦੇਖੋ ਕਿ ਮੈਂ ਕਹਿੰਦਾ ਕਲਚਰਲੀ ਵੀ ਗਦਰ ਪਾਰਟੀ ਦੇ ਲੋਕ ਜਿਹੜੇ ਨੇ ਉਹਨਾਂ ਦੇ ਕਿਸੇ ਦੀ ਜਾਤ ਪਤਾ ਆਪਾਂ ਨੂੰ। ਮਤਲਬ ਉਹ ਸਾਰੇ ਆਪਣੇ ਪਿੰਡ ਦੀ ਆਈਡੈਂਟੀਟੀ ਨਾਲ ਜਾਣੇ ਜਾਂਦੇ ਨੇ। ਇਹ ਬਹੁਤ ਵੱਡਾ ਕਦਮ ਹੈ। ਮਤਲਬ ਤੁਸੀਂ ਜਦੋਂ ਬਾਕੀ ਸਾਰੇ ਵੀ ਜਿਹੜੀ ਚੀਜ਼ ਨੂੰ ਉਹਨਾਂ ਨੇ ਆਪਣੇ ਨਾਂ 'ਚ ਕੀਤਾ, ਨੌਜਵਾਨ ਭਾਰਤ ਸਭਾ 'ਚ ਤੁਹਾਨੂੰ ਕਿਸੇ ਦੇ ਨਾਂ ਦੇ ਨਾਲ ਉਹਦਾ ਹੋਰ ਕੋਈ ਲੱਭਦਾ ਹੀ ਨਹੀਂ। ਇਹ ਪੰਜਾਬ ਦੇ ਨੌਜਵਾਨ ਭਾਰਤ ਸਭਾ ਦਾ ਕੋਈ ਬੰਦਾ ਮੈਨੂੰ ਇਹ ਨਹੀਂ ਲੱਭਾ ਜਿਹਦੇ, ਹਾਲਾਂਕਿ ਬੰਗਾਲ ਉਧਰ ਇਹ ਪ੍ਰੋਬਲਮ ਰਹੀ ਕਿ ਉਹ 'ਚੋਂ ਮੁਕਤ ਨਹੀਂ ਹੋ ਸਕੇ। ਬੰਗਾਲੀ ਅੱਜ ਤੱਕ ਵੀ ਆਪਣੇ ਜਾਤ ਬਰਾਦਰੀ 'ਚੋਂ ਮੁਕਤ ਨਹੀਂ ਹੋ ਸਕੇ, ਲੇਕਿਨ ਨੌਜਵਾਨ ਭਾਰਤ ਸਭਾ ਨੇ ਕੀਤਾ। ਤਾਂ ਉਹ ਜਿਹੜਾ ਕਲਚਰ ਹੈ ਉਹਦੇ ਵਿੱਚੋਂ ਮੁਹੰਮਦ ਸਿੰਘ ਆਜ਼ਾਦ ਜਿਹੜਾ ਹੈ ਉਹਨੇ ਇੱਕ ਬਹੁਤ ਵੱਡਾ ਕਦਮ ਲਿਆ। ਔਰ ਇਹ ਜਿਹੜਾ ਉਹਦਾ ਇਹ ਕਹਿਣਾ ਕਿ ਵੀ ਮਤਲਬ ਇਹ ਏਕਤਾ ਜਿਹੜੀ ਹੈ ਮੈਂ ਉਹਦਾ ਪ੍ਰਤੀਕ ਹਾਂ। ਤਾਂ ਅਸੀਂ ਬੰਦਾ ਉਹ ਵੀ ਬੰਦਾ ਲੱਭਦੇ ਰਹੇ, ਅੰਗਰੇਜ਼ ਵੀ ਲੱਭਦੇ ਰਹੇ ਵੀ ਇਹ ਕਹਿੰਦਾ ਮੇਰੇ ਭੈਣ ਭਰਾ ਮਾਰੇ ਤੁਸੀਂ ਵੀ ਸ਼ਾਇਦ ਕੋਈ ਤਾਂ ਅਸਲ ਪਾ ਉਹ ਹਮੇਸ਼ਾ ਰਿਸ਼ਤੇ 'ਚ ਲੱਭਦੇ ਰਹੇ। ਉਹ ਸਮਾਜਿਕ ਗੱਲ ਕਰ ਰਿਹਾ। ਤਾਂ ਉਹਦੇ ਵਿੱਚੋਂ ਜਿਹੜੀ ਇੱਕ ਰਾਮ ਵਾਲੀ ਕਰਪਸ਼ਨ ਹੈ ਇਹ ਅੱਜ ਦੀ ਕਰਪਸ਼ਨ ਹੈਗੀ ਹੈ। ਔਰ ਮੈਂ ਉਹਨੂੰ ਪੁੱਛਿਆ ਵੀ ਤੂੰ ਮੈਨੂੰ ਦੱਸ, ਤੂੰ ਕਹਿੰਦਾ ਮੈਂ ਬੜੀ ਖੋਜ ਕੀਤੀ ਹੈ, ਮੈਨੂੰ ਦਿਖਾਲ ਕਿਹੜੇ ਕਾਗਜ਼ ਵਿੱਚ ਇਹ ਲਿਖਿਆ। ਔਰ ਉਹਦੇ 'ਚ ਇੱਕ ਬਹੁਤ ਵਧੀਆ ਚਿੱਠੀ ਹੈ ਜਦੋਂ ਉਹਨਾਂ ਨੇ ਮਤਲਬ ਸੈਕਟਰੀ ਨੇ ਮਤਲਬ ਇੰਗਲੈਂਡ 'ਚ ਕਿਹਾ ਕਿ ਵੀ ਇਹ ਨਾ ਹਟਾ ਦਿਓ ਕਿਉਂਕਿ ਇਹਦੇ ਨਾਲ ਮੁਹੰਮਦ ਮੁਸਲਮਾਨ ਵੀ ਉਹਦੇ ਨਾਲ ਹਮਦਰਦੀ ਕਰਨਗੇ। ਤੇ ਉਹ ਕਹਿੰਦਾ ਜਿਹੜਾ ਮੇਰਾ ਨਾਂ ਹਟਾਏਗਾ ਉਹ ਮੇਰਾ ਸਭ ਤੋਂ ਵੱਡਾ ਦੁਸ਼ਮਣ ਹੋਏਗਾ। ਮੈਂ ਕਿਹਾ ਅਸੀਂ ਤਾਂ ਕਦੀ ਵਫਾ ਹੀ ਨਹੀਂ ਕੀਤੀ। ਮਤਲਬ ਇਹ ਮਤਲਬ ਬੇਵਫਾਈ ਹੈ ਸਾਡੀ ਕਿ ਅਸੀਂ ਉਸ ਨਾਂ ਨੂੰ ਐਕਸੈਪਟ ਨਹੀਂ ਕੀਤਾ। ਉਹਦੇ ਕੋਲ ਇੱਕੋ ਗੱਲ ਕਹਿਣ ਨੂੰ ਸੀ। ਜੇ ਮੈਂ ਕਹਾਂ ਕਿ ਵੀ ਉਹਨੇ ਆਪਣੀ ਜ਼ਿੰਦਗੀ ਮੁਹੰਮਦ ਸਿੰਘ ਆਜ਼ਾਦ ਨੂੰ ਪਪੂਲਰ ਕਰਨ ਵਾਸਤੇ ਲਾਤੀ, ਇਹ ਅਸਲ ਕੁਰਬਾਨੀ ਹੈ। ਤੇ ਇਹਦੇ ਵਿੱਚ ਅਸੀਂ ਵੀ ਦੋਸ਼ੀ ਹੁੰਨੇ ਆ। ਇਹ ਗੱਲ ਕਬੂਲ ਕਰ ਲੈਣੀ ਚਾਹੀਦੀ ਕਿ ਜੇ ਅਸੀਂ ਵੀ ਊਧਮ ਸਿੰਘ ਤੇ ਟਿਕੇ ਆ, ਇਹਦਾ ਮਤਲਬ ਉਹਨੇ ਕੋ ਦੁਸ਼ਮਣ ਅਸੀਂ ਵੀ ਹੈਗੇ ਆ ਉਸ ਚੀਜ਼ ਦੇ ਵਿੱਚ। ਹਾਂ, ਇੱਕ ਮੈਂ ਜਿਹੜਾ ਆਖਰੀ ਸਵਾਲ ਪੁੱਛਣਾ, ਜਿੱਥੋਂ ਆਪਣੀ ਗੱਲ ਸ਼ੁਰੂ ਹੋਈ ਸੀਗੀ ਕਿ ਜਿਹੜੀ ਕਵਾਇਦ ਵਿੱਢੀ ਜਾ ਰਹੀ ਹੈ ਪਾੜੋ ਤੇ ਰਾਜ ਕਰੋ ਵਾਲੀ ਹੈ,
ਉਹ ਕਿੰਨੀ ਕੁ ਕਾਮਯਾਬ ਹੁੰਦੀ ਤੁਹਾਨੂੰ ਨਜ਼ਰ ਆ ਰਹੀ ਹੈ ਤੇ ਉਹਦੇ ਪੈਰਲਲ ਇਹ ਅੰਦੋਲਨ ਕਿੰਨਾ ਕੁ ਉਹਨੂੰ ਖੁੰਡਾ ਕਰਦਾ ਨਜ਼ਰ ਆ ਰਿਹਾ? ਦੇਖੋ, ਪਹਿਲੀ ਗੱਲ ਹੈ ਕਿ ਜਦੋਂ ਸਾਡੀਆਂ ਭੈਣਾਂ ਨੂੰ ਇਹ ਪਤਾ ਲੱਗ ਗਿਆ ਕਿ ਵੀ ਮੋਦੀ ਨੇ ਸਾਨੂੰ ਮਤਲਬ ਨਾ ਕਰਤਾ, ਹੁਣ ਤੁਸੀਂ ਕਿਸੇ ਵੀ ਜਿਹੜੀਆਂ ਮਹਿਲਾਵਾਂ ਹਿੱਸੇਦਾਰ ਹੈਗੀਆਂ ਉਹਨਾਂ ਨੂੰ ਪੁੱਛੋ, ਉਹ ਕਹਿੰਦੀਆਂ ਮੋਦੀ ਨੇ ਸਾਨੂੰ ਮਤਲਬ ਖਾਲੀ ਕਰਤਾ, ਸਾਨੂੰ ਲੁੱਟ ਲਿਆ। ਮਤਲਬ ਜਦੋਂ ਇਹ ਗੱਲ ਸਮਝ ਆ ਗਈ ਤੇ ਇਹਦੇ ਤੇ ਕੋਈ ਹੋਰ ਮਤਲਬ ਮਲੰਮਾ ਨਹੀਂ ਚੜ ਸਕਦਾ। ਜਿਹੜੀ ਤੁਹਾਡੀ ਅਰਥ ਵਿਵਸਥਾ ਹੈ ਜਿਵੇਂ ਦਿਨੇ ਦਿਨ ਵਿਗੜ ਰਹੀ ਔਰ ਹੁਣ ਹੋਰ ਵੀ ਖਤਰਨਾਕ ਹੋਣ ਵਾਲਾ। ਅੰਗਰੇਜ਼ਾਂ ਦੇ ਵੇਲੇ ਅਕਾਲ ਕਿਉਂ ਪੈਂਦੇ ਸੀ? ਇਸ ਦੋ ਚੀਜ਼ਾਂ ਸੀਗੀਆਂ ਜਿਹੜਾ ਅਮ੍ਰਿਤਿਆ ਸੈਨ ਨੂੰ ਨੋਬਲ ਪ੍ਰਾਈਜ਼ ਵੇਲੇ ਉਹਨੇ ਕਿਹਾ ਕਿ ਵੀ ਮੇਰੀ ਦੱਬਤ ਇੰਨੀ ਹੈ ਕਿ ਵੀ ਅਨਾਜ ਨਹੀਂ ਖਤਮ ਹੁੰਦਾ ਲੇਕਿਨ ਖਰੀਦ ਸ਼ਕਤੀ ਲੋਕਾਂ ਦੀ ਖਤਮ ਹੋ ਜਾਂਦੀ ਹੈ। ਮਤਲਬ ਉਹ ਪਿਆ ਹੋਇਆ ਉਹ ਖਰੀਦ ਨਹੀਂ ਸਕਦੇ, ਇਸ ਕਰਕੇ ਭੁੱਖੇ ਮਰਦੇ ਨੇ। ਤਾਂ ਇਹੀ ਹੁਣ ਹੈ ਤੁਹਾਡੀ ਅਰਥ ਵਿਵਸਥਾ ਜਿਹੜੀ ਹੈ ਉਹਦੀ ਮਹਿੰਗਾਈ ਕਿਉਂ ਵੱਧ ਰਹੀ ਹੈ। ਜਿੱਦਣ ਲੋਕਾਂ ਨੂੰ ਇਹ ਸਮਝ ਲੱਗ ਗਈ ਕਿ ਤੁਹਾਡੀਆਂ ਖਾਣ ਵਾਲੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਬਾਹਰ ਵੇਚਿਆ ਜਾ ਰਿਹਾ ਉਹ ਉਦਣ ਤੁਸੀਂ ਮਤਲਬ ਉਹਦੇ ਵਾਸਤੇ ਲੜੋਗੇ। ਤੋ ਇਹ ਵਕਤ ਦਿੱਤਾ ਹੀ। ਮੈਂ ਕਹਿ ਰਿਹਾ ਗੁਰੂ ਗੋਬਿੰਦ ਸਿੰਘ ਨੇ ਇੱਕ ਹੋਰ ਬਹੁਤ ਵਧੀਆ ਗੱਲ ਕਹੀ ਸੀ ਕਿ ਤੁਸੀਂ ਦੇਵਤੇ ਤੇ ਦਾਨਵ ਜਿਹੜੇ ਨੇ ਉਹ ਕਿਸੇ ਦੂਜੀ ਦੁਨੀਆ 'ਚ ਲੱਭਦੇ ਹੋ, ਲੇਕਿਨ ਉਹ ਇੱਥੇ ਹੀ ਨੇ। ਦੇਵਤੇ ਉਹ ਨੇ ਜਿਹੜੇ ਆਪਣਾ ਹਿੱਤ ਛੱਡ ਕੇ ਸਮਾਜ ਦੇ ਲਈ ਕੰਮ ਕਰਦੇ ਨੇ। ਦੇਵਤਾ ਉਹਨਾਂ ਲਿਖਿਆ ਕਿ ਜੋ ਸਾਧ ਕਰਮ ਕਰਿਆਨ ਤਾਂ ਦੇਵਤਾ ਕਹਾਇਨ, ਜੋ ਕੁਕਰਮ ਕਰਿਆਨ ਤਾਂ ਦਾਨਵ ਕਹਾਇਨ, ਕਿ ਜਿਹੜਾ ਸਮਾਜ ਦੇ ਖਿਲਾਫ ਕੰਮ ਕਰਦਾ ਹੈ ਉਹ ਦਾਨਵ ਹੈ। ਤੇ ਉਹਨਾਂ ਨੇ ਫਿਰ ਕਹਾਣੀਆਂ ਸੁਣਾਤੀਆਂ ਵੀ ਇਹ ਤੇ ਜੁਗਾਂ ਜੁਗਾਂ ਦੀ ਕਹਾਣੀ ਹੈ ਕਿ ਵੀ ਜਿਹੜੀਆਂ ਸਮਾਜ ਨੂੰ ਅੱਗੇ ਵਧਾਉਣ ਵਾਲੀਆਂ ਤਾਕਤਾਂ ਨੇ ਉਹਨਾਂ ਨੇ ਜਿੱਤਣਾ ਹੁੰਦਾ। ਜਾਂ ਭਗਤ ਸਿੰਘ ਦਾ ਇਹ ਕਹਿਣਾ ਕਿ ਵੀ ਜਦੋਂ ਸਮਾਜ 'ਚ ਤਰੱਕੀ ਰੁਕ ਜਾਏ ਤੇ ਫਿਰ ਪਿਛਾਖੜੀ ਤਾਕਤਾਂ ਆ ਜਾਂਦੀਆਂ ਨੇ। ਅੱਜ ਉਹ ਪਿਛਾਖੜੀ ਤਾਕਤਾਂ, ਮੈਂ ਕਈ ਵਾਰੀ ਸਿੱਧਾ ਕਿਸਾਨਾਂ ਨਾਲ ਗੱਲ ਕਰਦੇ ਹਾਂ, ਮੈਂ ਸੋਚਦਾ ਹੁੰਦਾ ਕਿ ਵੀ ਜੇ ਖੇਤੀ ਨਹੀਂ ਹੋਊਗੀ ਤੇ ਨਦੀਨ ਨੇ ਤੇ ਹੋਣਾ ਹੀ ਹੋਣਾ। ਨਦੀਨ ਮਰਦਾ ਨਹੀਂ, ਉਹਨੂੰ ਅਸੀਂ ਕਹੀਏ ਕਿ ਤੈਨੂੰ ਮਾਰ ਦਿਆਂਗੇ ਇਹ ਸਾਡੀ ਗਲਤਫਹਿਮੀ ਹੈ। ਉਹਨੇ ਉੱਥੇ ਰਹਿਣਾ ਲੇਕਿਨ ਉਹਨੂੰ ਖੇਤੀ ਨਾਲ ਦਬਾਉਣਾ। ਮਤਲਬ ਇਹ ਜਿਹੜਾ ਹੈਗਾ ਹੁਣ ਇਹ ਨਦੀਨ ਉਗ ਰਿਹਾ। ਤੇ ਉਦੋਂ ਭਗਤ ਸਿੰਘ ਨੇ ਕਿਹਾ ਸੀ ਵੀ ਇਹਦਾ ਇੱਕੋ ਹੀ ਜਵਾਬ ਹੈ, ਇੱਕ ਇਨਕਲਾਬੀ ਜਜ਼ਬਾ ਪੈਦਾ ਕਰਨਾ। ਉਹਨੂੰ ਅਸੀਂ ਇਨਕਲਾਬ ਜ਼ਿੰਦਾਬਾਦ ਕਹਿ ਰਹੇ ਹਾਂ। ਤਾਂ ਉਹ ਜਿਹੜਾ ਇਨਕਲਾਬੀ ਜਜ਼ਬਾ ਹੈ ਉਹ ਇਸ ਲਹਿਰ ਨੇ ਖੜਾ ਕੀਤਾ ਹੈ। ਮਤਲਬ ਬਹੁਤ ਸਾਰਾ, ਮੈਂ ਹੁਣ ਦੂਰ ਤੱਕ ਜਦੋਂ ਹੁਣ ਮੈਂ ਲਖੀਮਪੁਰ ਜਾ ਕੇ ਆਏ ਹਾਂ, ਅਸੀਂ ਸਾਰੇ ਮਤਲਬ ਤਕਰੀਬਨ ਕੋਈ ਪੁੱਛਦਾ ਕਿੰਨਾ, ਮੈਂ ਕਿਹਾ ਅਸੀਂ 1200 ਕਿਲੋਮੀਟਰ ਟਰੈਵਲ ਕੀਤਾ ਸਾਡੀਆਂ ਟੀਮਾਂ ਨੇ, ਕਿਉਂਕਿ ਇੰਨਾ ਖਿਲਰਿਆ ਹੋਇਆ ਇਲਾਕਾ ਹੈ। ਤੇ ਉਹਦੇ ਤੋਂ ਬਾਅਦ ਸਾਨੂੰ ਜਿਹੜਾ ਅਹਿਸਾਸ ਹੋਇਆ ਕਿ ਵੀ ਬਹੁਤ ਦੂਰ ਤੱਕ ਵੀ ਇਹ ਸੁਨੇਹਾ ਤੇ ਪਹੁੰਚ ਗਿਆ, ਕਿਉਂਕਿ ਉਹ ਆਪਣੀ ਗੰਨੇ ਦੀ ਲੜਾਈ ਲੜ ਰਹੇ ਨੇ। ਹਰ ਇੱਕ ਨਾਲ ਨਿਹੱਕ ਹੋ ਰਿਹਾ, ਉਹਦਾ ਹੱਕ ਉਹਨੂੰ ਮਿਲ ਨਹੀਂ ਰਿਹਾ। ਤੇ ਉਹਨੂੰ ਤੁਸੀਂ ਜਿੰਨਾ ਮਰਜ਼ੀ ਪਵਾੜਾ ਪਾਈ ਜਾਓ, ਤੁਸੀਂ ਇਹ ਲਾਲਚ ਦੇ ਦਿਓ ਕਿ ਜੀ ਇਹਨਾਂ ਦੀਆਂ ਜ਼ਮੀਨਾਂ ਖੋ ਕੇ ਤੁਹਾਨੂੰ ਦੇ ਦੇਵਾਂਗੇ, ਉਹ ਕੁਝ ਦੇਰ ਚੱਲਦਾ। ਜਿੱਦਣ ਉਹਨਾਂ ਨੂੰ ਪਤਾ ਲੱਗ ਗਿਆ ਵੀ ਤੁਹਾਡੀਆਂ ਜ਼ਮੀਨਾਂ ਵੀ ਖੁੱਸ ਜਾਣੀਆਂ ਨੇ, ਕਿ ਤੁਹਾਡੀਆਂ ਉਹ ਇਹ ਤੁਹਾਨੂੰ ਨਹੀਂ ਦੇਣਗੇ, ਇਹ ਕਾਰਪੋਰੇਟ ਨੂੰ ਦੇਣਗੇ, ਤੇ ਤੁਹਾਡੀਆਂ ਜ਼ਮੀਨਾਂ ਵੀ ਜਾਣੀਆਂ, ਤੁਸੀਂ ਉੱਥੇ ਮਜ਼ਦੂਰ ਹੋਵੋਗੇ ਉਦੋਂ। ਮਤਲਬ ਔਰ ਉਹ ਅਸਲੀਅਤ ਇਸੇ ਕਰਕੇ ਜਿਹੜਾ ਪਾਸ਼ ਦੀ ਉਹ ਗੱਲ ਹੈ ਨਾ ਕਿ ਮੈਂ ਘਾਹ ਹਾਂ, ਤੁਹਾਡੀ ਕੀਤੀ ਕਰਾਈ ਤੇ ਉਗਾਵਾਂਗਾ। ਤਾਂ ਇਤਿਹਾਸ ਜਿਹੜਾ ਹੈ ਉਹ ਕਦੀ ਮੁਆਫ ਨਹੀਂ ਕਰਦਾ ਕਿਸੇ ਨੂੰ, ਔਰ ਮੁੜ ਦੁਹਰਾਇਆ ਜਾ ਰਿਹਾ ਸਿੱਧੇ ਤੌਰ ਤੇ ਕਹਿ ਸਕਦੇ। ਔਰ ਇਹ ਬੜੀ ਦਿਲਚਸਪ ਗੱਲ ਪ੍ਰੋਫੈਸਰ ਜਗਮੋਹਨ ਹੋਰਾਂ ਨੇ ਕਹੀ ਹੈ, ਇੱਕ ਲੰਗਰ ਕਿ ਜਿਹਦੇ ਤੋਂ ਸਰਕਾਰਾਂ ਹੁਣ ਦੀਆਂ ਵੀ ਡਰਦੀਆਂ ਨੇ ਤੇ ਅੰਗਰੇਜ਼ ਵੀ ਡਰਿਆ ਕਰਦੇ ਸੀ। ਦੂਜੀ ਗੱਲ ਇਹ ਨਦੀਨ ਆ ਜਿਹਨੂੰ ਖੇਤੀ ਦੇ ਨਾਲ ਹੀ ਖਤਮ ਕੀਤਾ ਜਾ ਸਕਦਾ, ਔਰ ਖੇਤੀ ਇਸ ਸਮੇਂ ਕਹਿ ਸਕਦੇ ਕਿ ਲਗਾਤਾਰ ਅੰਦੋਲਨ ਦੇ ਰੂਪ ਦੇ ਵਿੱਚ ਚੱਲਦੀ ਪਈ। ਇਹ ਨਦੀਨ ਨੂੰ ਕਿੰਨੀ ਕੁ ਦੇਰ ਤੱਕ ਇਸੇ ਤਰੀਕੇ ਨਾਲ ਦਬਾ ਕੇ ਰੱਖਿਆ ਜਾਂਦਾ, ਜਾਂ ਫਿਰ ਕਿਹੜੇ ਨਤੀਜੇ ਇਸ ਸੰਘਰਸ਼ ਦੇ ਨਿਕਲ ਕੇ ਆਉਂਦੇ ਆ, ਅੰਦੋਲਨ ਕਿਹੜੀਆਂ ਮੰਗਾਂ ਤੇ ਖਤਮ ਹੁੰਦਾ, ਉਹ ਗੱਲ ਅਲੱਗਾ ਆ। ਪਰ ਲੋਕਾਂ ਦੇ ਵਿੱਚ ਜਿਹੜੀ ਚੇਤਨਾ ਭਰੀ ਹੈ ਇਸ ਅੰਦੋਲਨ ਨੇ, ਸਭ ਤੋਂ ਵੱਡੀ ਪ੍ਰਾਪਤੀ ਇਸ ਅੰਦੋਲਨ ਦੀ ਇਹ ਕਹੀ ਜਾ ਸਕਦੀ ਹੈ। ਕੈਮਰਾਮੈਨ ਸਾਗਰ ਦੇ ਨਾਲ ਜਸਵੀਰ, ਟੀਵੀ ਪੰਜਾਬ, ਜਲੰਧਰ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਡੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।